ਭਾਜਪਾ ਦੀ ਗੱਲ ਕਰੀਏ, ਕੇਂਦਰ ਦੀ ਮੋਦੀ ਸਰਕਾਰ ਦੀ ਗੱਲ ਕਰੀਏ ਤੇ ਹੁਣ ਇਹ ਗੱਲ ਵੱਡੇ ਪੱਧਰ ਤੇ ਉੱਠਣੀ ਸ਼ੁਰੂ ਹੋ ਚੁੱਕੀ ਹੈ ਕਿ ਆ ਜਿਹੜੀ ਸਰਕਾਰ ਹੈ ਫੈਡਰਲ ਸਟਰਕਚਰ ਲਈ ਕਿਤੇ ਨਾ ਕਿਤੇ ਖਤਰਨਾਕ ਹੈ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਉਹਨਾਂ ਦੇ ਆਗੂ ਜਿਹੜੇ ਨੇ ਲਗਾਤਾਰ ਆ ਗੱਲ ਕਰਦੇ ਨਜ਼ਰ ਆ ਰਹੇ ਨੇ ਕਿ ਸਟੇਟ ਦੇ ਜਿਹੜੇ ਰਾਈਟਸ ਨੇ ਉਹ ਸਟੇਟ ਤੋਂ ਖੋਏ ਜਾ ਰਹੇ ਨੇ। ਖੇਤੀਬਾੜੀ ਸਟੇਟ ਸਬਜੈਕਟ ਸੀ, ਲੇਕਿਨ ਉਸ ਦੇ ਵਿੱਚ ਹੁਣ ਜਿਸ ਢੰਗ ਦੇ ਨਾਲ ਕੇਂਦਰ ਜਿਹੜੇ ਆਪਣੇ ਕਾਨੂੰਨ ਲੈ ਕੇ ਆ ਰਹੀ ਹੈ ਔਰ ਟਕਰਾਵ ਦੀ ਸਿਚੁਏਸ਼ਨ ਜਿਹੜੀ ਹੈ ਉਹ ਬਣੀ ਹੋਈ ਹੈ। ਦੂਜੇ ਪਾਸੇ ਫੈਡਰਲ ਰਾਈਟਸ ਜਿਹੜੇ ਸਿੰਘ ਮਲੂਕਾ ਸਾਡੇ ਨਾਲ ਨੇ ਗੱਲਬਾਤ ਕਰ ਲੈਣੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਇੱਕ ਮੁਹਿੰਮ ਉਲੀਕੀ ਹੋਈ ਹੈ ਕਿ ਜਿੰਨੀਆਂ ਵੀ ਰੀਜਨਲ ਪਾਰਟੀਆਂ ਨੇ, ਜਿੰਨੀ ਵੀ ਖੇਤਰੀਆਂ ਪਾਰਟੀਆਂ ਨੇ, ਉਹ ਸਾਰਿਆਂ ਨੂੰ ਇੱਕ ਮੰਚ ਤੇ ਲਾਮਬੰਦ ਕੀਤਾ ਜਾਏ ਔਰ ਇਸ ਫੈਡਰਲ ਸਟਰਕਚਰ ਨੂੰ ਕਾਇਮ ਰੱਖਿਆ ਜਾਏ ਤਾਂ ਕਿ ਇਸ ਦਾ ਘਾਣ ਹੁੰਦਾ ਨਜ਼ਰ ਨਾ ਆਏ। ਸਿਕੰਦਰ ਸਿੰਘ ਮਲੂਕਾ ਨਾਲ ਗੱਲਬਾਤ ਕਰ ਲੈਣਾ। ਸਰ, ਇੱਕ ਵੱਡਾ ਮਸਲਾ ਫੈਡਰਲ ਸਟਰਕਚਰ ਯਾਨੀ ਸਟੇਟ ਨੂੰ ਉਸਦੇ ਰਾਈਟ ਦੇਣ ਤਾਂ ਕਿ ਸਟੇਟ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਹੈ ਉਸਦੇ ਰਾਈਟਸ ਦੀ ਵੀ ਰਾਖੀ ਹੋ ਸਕੇ। ਲੇਕਿਨ ਅੱਜ ਜਿਸ ਢੰਗ ਦੇ ਨਾਲ ਅਕਾਲੀ ਲੀਡਰ ਵੀ ਕਹਿੰਦੇ ਨਜ਼ਰ ਆ ਰਹੇ ਨੇ, ਤੁਸੀਂ ਵੀ ਕਹਿ ਰਹੇ ਹੋ, ਸੁਖਬੀਰ ਸਿੰਘ ਬਾਦਲ ਵੀ ਕਹਿ ਰਹੇ ਨੇ ਕਿ ਬੀਜੇਪੀ ਔਰ ਕੇਂਦਰ ਦੀ ਮੋਦੀ ਸਰਕਾਰ ਇਸ ਰਾਈਟ ਲਈ, ਇਸ ਫੈਡਰਲ ਸਟਰਕਚਰ ਲਈ ਕਿਤੇ ਨਾ ਕਿਤੇ ਵੱਡਾ ਖਤਰਾ ਹੈ। ਕਿਉਂ ਤੁਹਾਨੂੰ ਇਸ ਤਰ੍ਹਾਂ ਦਾ ਅੰਦੇਸ਼ਾ ਨਜ਼ਰ ਆ ਰਿਹਾ ਹੈ ਕਿ ਆ ਫੈਡਰਲ ਸਟਰਕਚਰ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਜਾਂ ਲੋਕਤਾਂਤਰਿਕ ਪ੍ਰਕਿਰਿਆ ਜਿਹੜੀ ਹੈ ਦੇਸ਼ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ? ਵੇਖੋ, ਇਹ ਜਿਹੜਾ ਜਦੋਂ ਸਾਡਾ ਸੰਵਿਧਾਨ ਬਣਾਇਆ ਗਿਆ ਸੀ ਉਦੋਂ ਸੂਬਿਆਂ ਤੇ ਸੈਂਟਰ ਦੇ ਅਧਿਕਾਰ ਵੰਡ ਦਿੱਤੇ ਗਏ ਸੀ ਕਿ ਆਹ ਅਧਿਕਾਰ ਸੂਬਿਆਂ ਕੋਲੇ ਹੋਣਗੇ, ਆਹ ਸੈਂਟਰ ਕੋਲੇ ਹੋਣਗੇ। ਉਹਦੇ ਮੁਤਾਬਕ ਕਾਫੀ ਸਾਲ ਚੰਗਾ ਕੰਮ ਚੱਲੀ ਗਿਆ। ਫਿਰ ਕਾਂਗਰਸ ਕੱਲੀ ਇਹ ਨਹੀਂ ਕਿ ਹੁਣ ਬੀਜੇਪੀ ਗਵਰਨਮੈਂਟ ਖੋ ਰਹੀ ਹੈ, ਪਹਿਲਾਂ ਕਾਂਗਰਸ ਪਾਰਟੀ ਨੇ ਵੀ ਸੂਬਿਆਂ ਦੇ ਬਹੁਤ ਅਧਿਕਾਰ ਖੋਹੇ ਆ। ਜਿਵੇਂ ਹੈਲਥ ਦੇ ਵਿੱਚ ਦਖਲ ਦਿੱਤਾ ਉਹਨਾਂ ਨੇ ਪਹਿਲਾਂ, ਸਾਡੇ ਉਹਦੇ 'ਚ ਫੰਡਾਂ ਦਾ ਵਿੱਚ ਰੌਲਾ ਪਾ ਲਿਆ, ਇੰਨੇ % ਤੁਸੀਂ ਪਾਓ, ਇੰਨੇ ਅਸੀਂ ਪਾਵਾਂਗੇ। ਫਿਰ ਐਜੂਕੇਸ਼ਨ 'ਚ ਦੇ ਲਿਆ, ਫਿਰ ਉਹਨੇ ਰੂਰਲ ਡਿਵੈਲਪਮੈਂਟ 'ਚ ਦੇ ਲਿਆ। ਮੇਰਾ ਮਤਲਬ ਪਿੱਛੇ ਤੋਂ ਕਾਂਗਰਸ ਨੇ ਵੀ ਇਹ ਸਕੀਮਾਂ ਸ਼ੁਰੂ ਕਰਤੀਆਂ ਸੀ ਕਿ ਸੂਬਿਆਂ 'ਚ ਦਖਲ ਦੇ ਕੇ ਉਹਨਾਂ ਦੇ ਅਧਿਕਾਰ ਆਪਣੇ ਵੱਲ ਕਰ ਲਏ ਜਾਣ, ਖੋਹ ਲਏ ਜਾਣ। ਕਾਫੀ ਅਧਿਕਾਰ ਕਾਂਗਰਸ ਗਵਰਨਮੈਂਟ ਵੇਲੇ ਖੋਹੇ, ਕੁਛ ਹੁਣ ਇਹ ਖੋਹਣ ਲੱਗੇ ਆ। ਉਹਨਾਂ ਲੀਹਾਂ ਤੇ ਇਹ ਚੱਲ ਪਏ ਨੇ ਜਿਹੜਾ ਤੇ ਕਾਂਗਰਸ ਚੱਲੀ ਸੀ। ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸੈਂਟਰ ਨੂੰ ਕੇਂਦਰੀਕਰਨ ਕੀਤਾ ਜਾਵੇ, ਹੁਣ ਇਹ ਵੀ ਕੇਂਦਰੀਕਰਨ ਤੇ ਲੱਗ ਗਏ। ਇਹਨਾਂ ਦੇ ਵੀ ਨਿਸ਼ਾਨੇ ਇਹੀ ਹੈ। GST ਦਾ ਮਤਲਬ ਇਹ ਹੈ ਕਿੱਡਾ, ਜਿਹੜੀ GST ਬਣਾਈ ਤਾਂ ਸਟੇਟਾਂ ਦੇ ਭਲੇ ਵਾਸਤੇ ਸੀ। GST ਇੰਨਾ ਗਲਤ ਕਾਨੂੰਨ ਬਣ ਗਿਆ ਕਿ ਪਹਿਲੀ ਗੱਲ ਤਾਂ ਸੂਬਿਆਂ ਨੂੰ ਹਿੱਸਾ ਜ਼ਿਆਦਾ ਦੇਣਾ ਚਾਹੀਦਾ। ਸੂਬਿਆਂ ਨੇ ਸਾਰੀ ਤਰੱਕੀ ਕਰਨੀ ਹੈ, ਸੂਬੇ ਹੀ ਜਵਾਬ ਦੇ ਆ, ਸੈਂਟਰ ਨੇ ਤਾਂ ਕੁਝ ਕਰਨਾ ਹੀ ਨਹੀਂ। ਤੇ ਪਰ ਚਲੋ ਜੇ 50% ਵੀ ਦਿੱਤਾ ਹੈ, ਉਹ ਪਹਿਲਾਂ ਦਿੱਲੀ ਜਾਂਦਾ ਹੈ, ਫਿਰ ਉੱਥੋਂ ਮਰਜ਼ੀ ਨਾਲ ਮਿੰਤਾਂ ਕਢਾ ਕੇ ਦਿੰਦੇ ਆ। ਸਾਡੇ ਪੈਸੇ ਵੀ ਸਾਨੂੰ ਮਿੰਤਾਂ ਕਰਾ ਕੇ ਦਿੰਦੇ ਆ। GST ਨੇ ਭੱਠਾ ਪਾਇਆ ਪਹਿਲਾਂ ਤਾਂ, ਤੇ ਹੁਣ ਆ ਜਿਹੜਾ ਹੈਗਾ ਵਨ ਨੇਸ਼ਨ ਵਨ ਕਾਰਡ, ਇਹ ਵੀ ਉਹਦਾ ਹੀ ਹਿੱਸਾ ਹੈ। ਸੋ ਹੌਲੀ ਹੌਲੀ ਕਰਕੇ ਸੈਂਟਰ ਸਰਕਾਰਾਂ ਸੂਬਿਆਂ ਨੂੰ ਮਿਊਨਿਸਪੈਲਿਟੀਆਂ ਬਣਾਉਣ ਤੇ ਤੁਰੀਆਂ ਹੋਈਆਂ, ਜਿਹੜੀਆਂ ਕਿ ਬੜੀ ਮਾੜੀ ਗੱਲ ਹੈ। ਅਸੀਂ ਹੁਣ ਸਾਰਿਆਂ ਨੇ ਮਹਿਸੂਸ ਕੀਤਾ, ਕਈ ਦਿਨਾਂ ਦੇ ਅਸੀਂ ਲੱਗੇ ਆ। ਸੂਬਿਆਂ ਦੀਆਂ ਜਿਹੜੀਆਂ ਪਾਰਟੀਆਂ, ਮਮਤਾ ਜੀ ਨਾਲ ਸਾਡੀ ਗੱਲ ਹੋ ਗਈ, ਸ਼ਰਦ ਪਵਾਰ ਜੀ ਨਾਲ ਸਾਡੀ ਗੱਲ ਹੋ ਗਈ, ਠਾਕਰੇ ਜੀ ਨਾਲ ਸਾਡੀ ਗੱਲ ਹੋ ਗਈ, ਹੁਣ ਅਸੀਂ ਅਖਿਲੇਸ਼ ਜੀ ਨਾਲ ਗੱਲ ਕਰਨੀ ਹੈ, ਮਾਇਆਵਤੀ ਜੀ ਨਾਲ ਕਰਨੀ ਹੈ, ਉੜੀਸਾ ਦੇ ਪਟਨਾਇਕ ਜੀ ਨਾਲ ਕਰਨੀ ਹੈ, ਉਧਰ ਦੱਖਣ ਵਾਲੇ ਰਾਜਾਂ ਨਾਲ ਕਰਨੀ ਹੈ। ਸੋ ਤਾਂ ਕਿ ਸੂਬਿਆਂ ਦੇ ਜਿਹੜੇ ਅਧਿਕਾਰ ਆ ਉਹ ਖੋਹੇ ਨਾ ਜਾ ਸਕਣ। ਜਿਹੜੇ ਸੈਂਟਰ ਦੇ ਅਧਿਕਾਰ ਆ ਉਹ ਸੈਂਟਰ ਆਪਦੇ ਕੋਲੇ ਰੱਖੇ, ਸੂਬਿਆਂ ਨੂੰ ਇੰਡੀਪੈਂਡੈਂਟ ਕੰਮ ਕਰਨ ਦੇਵੇ, ਉਹਨਾਂ 'ਚ ਦਖਲ ਨਾ ਦੇਵੇ, ਸੂਬਿਆਂ ਨੂੰ ਪੈਸਾ ਦੇਵੇ। ਗਾਂ ਫੈਸਲੇ ਸੂਬਿਆਂ ਨੇ ਕਰਨੇ, ਕਿਹੜਾ ਪੈਸਾ ਅਸੀਂ ਕਿੱਥੇ ਲਾਉਣਾ। ਇਹ ਤਾਂ ਹੁਣ ਸ਼ਰਤਾਂ ਲਾਉਂਦੇ ਆ ਉੱਥੋਂ, ਤੁਸੀਂ ਆਹ ਕਰੋਗੇ ਤਾਂ ਆਹ ਦੇਵਾਂਗੇ, ਆਹ ਕਰੋਗੇ ਤਾਂ ਆਹ ਦੇਵਾਂਗੇ। ਇਹ ਬੜੀ ਮਾੜੀ ਗੱਲ ਆ ਸੂਬਿਆਂ ਵਾਸਤੇ। ਜੇ ਗੱਲ ਰਹੀ ਤਾਂ ਆਉਣ ਵਾਲੇ ਸਮੇਂ 'ਚ ਸੂਬੇ ਤਾਂ ਫਿਰ ਪੰਚਾਇਤਾਂ ਤੇ ਮਿਊਨਿਸਪੈਲਿਟੀਆਂ ਬਣ ਕੇ ਰਹਿ ਜਾਣਗੇ, ਕੋਈ ਪਾਵਰ ਤਾਂ ਸੂਬਿਆਂ ਕੋਲੇ ਰਹਿਣੀ ਨਹੀਂ। ਲੇਕਿਨ ਮਲੂਕਾ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਇੱਕ ਵੱਡੀ ਮੁਹਿੰਮ ਹੈ, ਖੇਤਰੀਆਂ ਪਾਰਟੀਆਂ ਸਾਰੀਆਂ ਇਕੱਠੀਆਂ ਹੁੰਦੀਆਂ ਨਜ਼ਰ ਆਉਣਗੀਆਂ, ਲੇਕਿਨ ਜਿਹੜੇ ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉਨ ਸੂਬਿਆਂ ਦੇ ਕੀ? ਕਿਉਂਕਿ ਹੁਣ ਕੁਛ ਹੀ ਸੂਬੇ ਇਹੋ ਜਿਹੇ ਨੇ ਜਿਸ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਆਪਣਾ ਝੰਡਾ ਫਹਰਾਉਣਾ ਚਾਹੁੰਦੀ ਹੈ। ਪੰਜਾਬ ਵੀ ਇਸ ਦੇ ਵਿੱਚ ਇੱਕ ਹੈ ਕਿ ਹੁਣ ਉਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਵੀ ਆਪਾਂ ਜਿਹੜਾ ਝੰਡਾ ਗਾੜਾਂਗੇ। ਔਰ ਅਗਰ ਕਿਸਾਨ ਅੰਦੋਲਨ ਦੀ ਗੱਲ ਕਰੀਏ, ਟਕਰਾਵ ਦੀ ਸਿਚੁਏਸ਼ਨ ਜਿਹੜੀ ਲਗਾਤਾਰ ਬਣਦੀ ਜਾ ਰਹੀ ਹੈ, ਜਿਸ ਢੰਗ ਦੇ ਨਾਲ ਬੀਜੇਪੀ ਜਿਹੜੀ ਹੈ ਉਹ ਕਿਸਾਨਾਂ ਦੀ ਮੰਨਣ ਲਈ ਤਿਆਰ ਨਹੀਂ ਹੈ, ਜਿਹੜੇ ਇੰਨੇ ਦਿਨਾਂ ਤੋਂ ਉੱਥੇ ਐਜੀਟੇਸ਼ਨ ਕਰ ਰਹੇ ਨੇ। ਤੁਹਾਨੂੰ ਲੱਗਦਾ ਹੈ ਖੇਤਰੀਆਂ ਪਾਰਟੀ ਦੀ ਮੰਨਣਗੇ ਉਹ? ਸਦਾ ਕਦੇ ਕੋਈ ਚੀਜ਼ ਨਹੀਂ ਰਹੀ। ਕਾਂਗਰਸ ਦੀ ਤੂਤੀ ਬੋਲਦੀ ਸੀ, ਸਾਰੇ ਹਿੰਦੁਸਤਾਨ 'ਚ ਬੋਲਦੀ ਸੀ ਕਿ ਨਹੀਂ ਬੋਲਦੀ? ਅੱਜ ਗਿਣਵੇਂ ਥਾਂ 'ਚ ਰਹੇਗੀ, ਥੋੜੇ ਜਿਹੇ ਥਾਂ ਤੇ ਥੋੜੇ ਜਿਹੇ MP ਰਹਿ ਗਏ। ਇਹ ਕੋਈ ਜ਼ਰੂਰੀ ਨਹੀਂ ਕਿ ਬੀਜੇਪੀ ਸਦਾ ਰਹੇਗੀ। ਇਹ ਤਾਂ ਜੇ ਚੰਗੇ ਕੰਮ ਕਰਨਗੇ ਸਦਾ ਰਹਿਣਗੇ, ਨਹੀਂ ਤਾਂ ਨਹੀਂ ਰਹਿਣਗੇ। ਜਿਹੜੇ ਬੀਜੇਪੀ ਵਾਲੇ ਸੂਬੇ ਆ ਉਹ ਵੀ ਢਿੱਡੋਂ ਚਾਹੁੰਦੇ ਆ ਕਿ ਉਹਨਾਂ ਨੂੰ ਵੱਧ ਅਧਿਕਾਰ ਮਿਲਣ, ਉਹ ਵੀ ਖੁਸ਼ ਨਹੀਂ ਹੈਗੇ ਇਹਨਾਂ ਗੱਲਾਂ ਦੇ ਉੱਤੇ, ਉਹਨਾਂ ਦੀ ਮਜਬੂਰੀ ਹੈ। ਪਰ ਸੂਬੇ ਇੰਨੇ ਜ਼ਿਆਦਾ ਨੇ, ਜੇ ਆਪਾਂ ਗਿਣ ਲਈਏ, ਕੈਲਕੂਲੇਟ ਕਰ ਲਈਏ, 2 ਹਿੱਸੇ ਸੂਬੇ ਹੈਗੇ ਨੇ ਜਿੱਥੇ ਲੋਕਲ ਪਾਰਟੀਆਂ ਨੇ, ਜਿਹੜੀਆਂ ਲੋਕਲ ਪਾਰਟੀਆਂ ਰਾਜ ਕਰਦੀਆਂ ਨੇ। ਜੇ ਅਸੀਂ ਇਹ ਨਾਅਰਾ ਲੈ ਕੇ ਅੱਗੇ ਜਾਵਾਂਗੇ, ਸਾਰੇ ਅਸੀਂ ਇਕੱਠੇ ਹੋ ਜਾਾਂਗੇ, ਫਿਰ ਲੋਕ ਵੀ ਮਹਿਸੂਸ ਕਰਨਗੇ ਕਿ ਹੁਣ ਸਟੇਟਾਂ ਦੀਆਂ ਪਾਰਟੀਆਂ ਤਕੜੀਆਂ ਹੋ ਗਈਆਂ, ਹੁਣ ਸਾਨੂੰ ਵੱਧ ਅਧਿਕਾਰ ਮਿਲਣਗੇ, ਫਿਰ ਹੋਰ ਤਕੜੇ ਹੋ ਜਾਣਗੇ ਲੋਕ। 2 ਹਿੱਸੇ ਸੂਬੇ ਹੋ ਜਾਣਗੇ ਜਿਹੜੇ ਮੰਗਣਗੇ ਵੱਧ ਅਧਿਕਾਰ ਘੱਟੋ ਘੱਟ। ਥੋੜੇ ਜਿਹੇ ਸੂਬੇ ਹੈ ਜਿਵੇਂ ਰਾਜਸਥਾਨ ਹੈਗਾ ਜਾਂ ਗੁਜਰਾਤ ਹੈਗਾ, ਜਿੱਥੇ 2-2 ਪਾਰਟੀਆਂ ਨੇ, ਜਾਂ ਮੱਧ ਪ੍ਰਦੇਸ਼ ਹੈ। ਬਾਕੀ ਤਾਂ ਸਾਰੇ 'ਚ ਤਕਰੀਬਨ ਸੂਬਿਆਂ ਦੀਆਂ ਪਾਰਟੀਆਂ ਹੁਣ ਸਾਰੀਆਂ ਤੁਸੀਂ ਗਿਣ ਲਓ, ਹੋਰ ਹੈ ਹੀ ਨਹੀਂ। ਮਲੂਕਾ ਸਾਹਿਬ, ਰਣਨੀਤੀ ਕੀ ਬਣਾਈ ਹੈ? ਤੁਸੀਂ ਕਹਿ ਰਹੇ ਹੋ ਇੰਨੀ ਪਾਰਟੀਆਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ, ਅੱਗੇ ਵੀ ਮੀਟਿੰਗਾਂ ਦਾ ਦੌਰ ਜਾਰੀ ਹੈ, ਕੀ ਰਣਨੀਤੀ ਬਣਾਈ? ਮੀਟਿੰਗਾਂ ਕਰਾਂਗੇ, ਮੀਟਿੰਗਾਂ 'ਚ ਹੀ ਬਣੇਗੀ। ਹੈ ਤਾਂ ਨਾਅਰਾ ਤਾਂ ਇਹੀ ਹੈ ਕਿ
ਜੋ ਧੱਕਾ ਕਰ ਰਹੀ ਹੈ ਸੈਂਟਰ ਦੀ ਸਰਕਾਰ, ਇਹ ਰੋਕਿਆ ਜਾਵੇ। ਸੂਬਿਆਂ ਦੇ ਅਧਿਕਾਰ ਸੂਬਿਆਂ ਕੋਲੇ ਰਹਿਣ, ਬਲਕਿ ਜਿਹੜੇ ਖੋਲੇ ਉਹ ਵਾਪਸ ਕਰਨ। ਰਣਨੀਤੀ ਤਾਂ ਇਹੀ ਹੈ। ਫਿਰ ਜਿਉਂ-ਜਿਉਂ ਮੀਟਿੰਗਾਂ ਕੱਢਾਂਗੇ ਨਾਲ ਏਜੰਡਾ ਵੀ ਬਣੀ ਜਾਏਗਾ। ਜਦੋਂ ਮੀਟਿੰਗਾਂ ਕਰਾਂਗੇ ਕੋਈ ਕੁਝ ਦੱਸੇਗਾ, ਕੋਈ ਕੁਝ ਦੱਸੇਗਾ, ਕਿਸੇ ਨੂੰ ਕੋਈ ਤਕਲੀਫ ਹੈ, ਕਿਸੇ ਨੂੰ ਕੋਈ ਤਕਲੀਫ ਹੈ। ਜਦੋਂ ਸਾਰੇ ਰਲ ਕੇ ਕੋਈ ਏਜੰਡਾ ਤਿਆਰ ਕਰਾਂਗੇ, ਫਿਰ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਏਜੰਡਾ ਤਿਆਰ ਕਰਕੇ ਉਹ ਤੇ ਲੜਾਈ ਲੜਾਂਗੇ। ਕਿੰਨਾ ਕੁ ਸਮਾਂ ਲੱਗ ਜਾਏ? ਦੇਖੋ, ਸਮੇਂ ਦੇ ਬਾਰੇ ਤਾਂ ਮੈਂ ਨੀਅਤ ਨਹੀਂ ਕਰ ਸਕਦਾ ਕਿ ਕਿੰਨਾ ਸਮਾਂ ਲੱਗੇਗਾ। ਕੋਸ਼ਿਸ਼ ਕਰਨੀ ਚਾਹੀਦੀ ਹੈ। ਚਲੋ ਸਮਾਂ ਤਾਂ ਕਿੰਨਾ ਵੀ ਲੱਗੇ, ਕੋਈ ਗੱਲ ਕਿਸੇ ਰਾਹ ਤਾਂ ਪਵੇ ਨਾ। ਜਿਹੜੇ ਕੋਲੇ ਆ ਇਹ ਤਾਂ ਖੋਣੋਂ ਰੁਕਣਗੇ ਨਾ। ਜੋ ਅਸੀਂ ਕੇਰਾਂ ਲੜਾਈ ਸ਼ੁਰੂ ਕਰ ਲਈ, ਜਿਹੜੇ ਸਾਡੇ ਕੋਲੇ ਆ ਇਹ ਤਾਂ ਨਹੀਂ ਖੋਣਗੇ ਫਿਰ, ਤੇ ਨਵਿਆਂ ਦੀ ਲੜਾਈ ਸ਼ੁਰੂ ਕਰਾਂਗੇ ਜਿਹੜੇ ਲੈਣੇ ਆ ਉਹਨਾਂ ਤੋਂ। ਮਲੂਕਾ ਸਾਹਿਬ, ਜਿਹੜੀ ਹੁਣ ਸਿਚੁਏਸ਼ਨ ਬਣੀ ਹੋਈ ਹੈ ਦਿੱਲੀ ਦੇ ਵਿੱਚ, ਜਿਸ ਢੰਗ ਦੇ ਨਾਲ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀ ਸੁਣਨ ਲਈ ਤਿਆਰ ਨਹੀਂ ਹੈ, ਕਹਿੰਦੇ ਸੋਧ ਕਰ ਦਿਆਂਗੇ। ਜਿਹੜੇ ਸੋਧ ਉਹ ਚਾਹੁੰਦੇ ਸੀ ਉਹ ਸੋਧ ਕਰਨ ਲਈ ਆਪਾਂ ਕਹਿੰਦੇ ਤਿਆਰ ਆ। ਇੱਕ ਮਤਾ ਵੀ ਭੇਜਤਾ ਉਹਨਾਂ ਨੇ ਕਿ ਆ ਲਓ ਜੀ ਆਪਾਂ ਸੋਧ ਕਰਨ ਵਾਲੇ ਆ, ਲੇਕਿਨ ਕਿਸਾਨ ਸਪਸ਼ਟ ਕਹਿ ਰਹੇ ਆ ਕਿ ਰੱਦ ਕਰੋ ਖੇਤੀਬਾੜੀ ਕਾਨੂੰਨਾਂ ਨੂੰ, ਤਾਂ ਹੀ ਹੁਣ ਆ ਧਰਨੇ ਜਿਹੜੇ ਨੇ ਖਤਮ ਹੁੰਦੇ ਨਜ਼ਰ ਆਉਣਗੇ। ਵੈਸੇ ਬਦਕਿਸਮਤੀ ਹੈ ਦੇਸ਼ ਦੀ ਕਿ ਅੰਨਦਾਤੇ ਨਾਲ ਲਖੀਰਾਂ ਨਿਕਲ ਗਈਆਂ। ਸੈਂਟਰ ਗਵਰਨਮੈਂਟ ਕਹਿੰਦੀ ਅਸੀਂ ਕਿਸੇ ਕੀਮਤ ਤੇ ਵਾਪਸ ਨਹੀਂ ਕਰਨੇ। ਕਿਸਾਨ ਤੇ ਉਹਨਾਂ ਦੇ ਮਗਰ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਕਹਿੰਦੀਆਂ ਅਸੀਂ ਇਹ ਤਿੰਨੇ ਵਾਪਸ ਕਰਾਉਣੇ ਆ। ਸੋ ਬੜੀ ਸਥਿਤੀ ਜਿਹੜੀ ਅੱਜ ਦੀ ਸਥਿਤੀ ਹੈ, ਜਿਹੜੀ ਦੋਨੀ ਪਾਸੇ ਜਿਹੜੀ ਅੱਜ ਪੈਦਾ ਹੋਈ ਹੈ, ਇਹ ਆਉਣ ਵਾਲੀ ਟਕਰਾਓ ਵਾਲੀ ਸਥਿਤੀ ਪੈਦਾ ਹੋ ਗਈ ਹੈ, ਜਿਹੜੀ ਨਾ ਭਾਰਤੀ ਜਨਤਾ ਵਾਸਤੇ, ਪਾਰਟੀ ਵਾਸਤੇ, ਉਹਨਾਂ ਦੀ ਗਵਰਨਮੈਂਟ ਵਾਸਤੇ ਚੰਗੀ ਹੈ, ਨਾ ਪੰਜਾਬ ਵਾਸਤੇ ਚੰਗੀ ਹੈ, ਨਾ ਦੇਸ਼ ਵਾਸਤੇ ਚੰਗੀ ਹੈ। ਸੋ ਹਲੇ ਵੀ ਅਸੀਂ ਅਪੀਲ ਕਰਦੇ ਹਾਂ ਸੈਂਟਰ ਦੀ ਗਵਰਨਮੈਂਟ ਨੂੰ ਕਿ ਉਹ ਕਿਸਾਨਾਂ ਨਾਲ ਬੈਠ ਕੇ ਟੇਬਲ ਦੇ ਉੱਤੇ, ਹੱਲ ਤਾਂ ਟੇਬਲ ਤੇ ਨਿਕਲਣਾ ਹੈ, ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੇ। ਟਕਰਾਓ ਜਿਹੜੀ ਸਾਡੇ ਦੇਸ਼ ਵਾਸਤੇ ਨੀਤੀ ਟਕਰਾਓ ਦੀ ਚੰਗੀ ਨਹੀਂ ਹੈਗੀ, ਇਹਦੇ ਨਾਲ ਬਹੁਤ ਨੁਕਸਾਨ ਹੋਏਗਾ। ਨੁਕਸਾਨ ਕਿਸ ਤਰ੍ਹਾਂ ਦਾ ਨੁਕਸਾਨ? ਕਿਆ ਬੀਜੇਪੀ ਦੀ ਮਨਸ਼ਾ ਹੈ ਕਿ ਟਕਰਾਵ ਹੋਏ, ਮਾਹੌਲ ਖਰਾਬ ਹੋਏ, ਸ਼ਾਂਤੀ ਦਾ ਮਾਹੌਲ ਜਿਹੜਾ ਕਾਇਮ ਹੈ ਉਸ ਦੇ ਵਿੱਚ ਵਿਵਧਾਨ ਪਏ? ਦੇਖੋ, ਮੈਂ ਇਹ ਤਾਂ ਨਹੀਂ ਕਹਿੰਦਾ ਕਿਸੇ ਦੀ ਮਨਸ਼ਾ ਹੈਗੀ ਹੈ। ਕਈ ਵਾਰੀ ਅਸੀਂ ਚਾਹੁੰਦੇ ਵੀ ਹੁੰਦੇ ਹਾਂ, ਸਥਿਤੀਆਂ ਇਹੋ ਜਿਹੀਆਂ ਕਰਵਟ ਲੈ ਜਾਂਦੀਆਂ, ਉਹ ਤੋਂ ਪਿੱਛੇ ਹਟਣਾ ਔਖਾ ਹੋ ਜਾਂਦਾ। ਜਿਵੇਂ ਇੱਕ ਸਾਰੇ ਗੱਲ ਬਣ ਗਈ ਹੈ ਕਿ ਮੋਦੀ ਸਾਹਿਬ ਜਿਹੜਾ ਫੈਸਲਾ ਲੈ ਲੈਂਦੇ ਉਹ ਤੋਂ ਪਿੱਛੇ ਨਹੀਂ ਹਟਦੇ। ਸ਼ਾਇਦ ਉਹਨਾਂ ਦੀ ਵੀ ਈਗੋ ਕੰਮ ਕਰਦੀ ਹੋਵੇ ਜਾਂ ਹਉਮੈ ਕੰਮ ਕਰਦੀ ਹੋਵੇ ਵੀ ਅਸੀਂ ਤਾਂ ਹੁਣ ਫੈਸਲਾ ਲੈ ਲਿਆ, ਅਸੀਂ ਪਿੱਛੇ ਨਹੀਂ ਹਟਣਾ। ਪਰ ਡੈਮੋਕ੍ਰੇਸੀ ਦੇ ਵਿੱਚ, ਲੋਕ ਰਾਜ ਦੇ ਵਿੱਚ ਫੈਸਲੇ ਲਏ ਵੀ ਜਾਂਦੇ ਨੇ, ਫੈਸਲੇ ਬਦਲੇ ਵੀ ਜਾਂਦੇ ਨੇ, ਕਾਨੂੰਨ ਬਣਦੇ ਵੀ ਨੇ, ਨਵੇਂ ਵੀ ਹੁੰਦੇ ਨੇ, ਚੇਂਜ ਵੀ ਹੋ ਜਾਂਦੀ ਹੈ। ਸਭ ਐਂਟੀ ਨੈਸ਼ਨਲ ਵਰਡ ਦਾ ਇਸਤੇਮਾਲ ਹੋਣਾ ਸ਼ੁਰੂ ਹੋ ਚੁੱਕਿਆ, ਟੈਰਰਿਸਟ ਵਰਡ ਦਾ ਇਸਤੇਮਾਲ ਹੋ ਰਿਹਾ ਹੈ, ਖਾਲਿਸਤਾਨੀ ਵਰਡਾਂ ਦਾ ਇਸਤੇਮਾਲ ਹੋ ਰਿਹਾ। ਇਸ ਤਰ੍ਹਾਂ ਦਾ ਮਾਹੌਲ ਜਿਹੜਾ ਕ੍ਰੀਏਟ ਕੀਤਾ ਜਾ ਰਿਹਾ। ਔਰ ਹੁਣ ਅੱਜ ਜਿਸ ਤਰ੍ਹਾਂ ਨਾਲ ਕਲਕੱਤਾ ਦੇ ਵਿੱਚ ਜਿਹੜਾ ਮਾਹੌਲ ਬਣਿਆ, ਜੇਪੀ ਨੱਡਾ ਦੇ ਉੱਪਰ ਪਥਰਾਵ ਹੋ ਗਿਆ। ਉਹ ਕਹਿੰਦੇ ਕਿ ਜਿਹੜੀ TMC ਦੀ ਸਰਕਾਰ ਹੈ ਉਹ ਸੁਰੱਖਿਆ ਮੁਹੱਈਆ ਨਹੀਂ ਕਰਾ ਪਾਈ ਔਰ ਇਸ ਤਰ੍ਹਾਂ ਦੀ ਨੀਤੀ ਨਹੀਂ ਹੋਣੀ ਚਾਹੀਦੀ। ਯਾਨੀ ਹੁਣ ਪਾਰਟੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਕਿਸਾਨਾਂ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ। ਦੇਖੋ, ਇਸ ਗੱਲ ਦੀ ਮੈਂ ਨਿੰਦਿਆ ਕਰਦਾ। ਕਿਸੇ ਤੇ ਵੀ ਪੱਥਰ ਪੈਂਦੇ ਨੇ, ਹੋਰ ਕੋਈ ਹੁੰਦਾ, ਇਹਦੀ ਮੈਂ ਨਿੰਦਿਆ ਕਰਦਾ। ਇਹ ਡੈਮੋਕ੍ਰੇਸੀ ਦਾ ਹਿੱਸਾ ਨਹੀਂ ਹੈਗੀ, ਇਹ ਮਾੜੀਆਂ ਗੱਲਾਂ ਨੇ। ਕਿਸੇ ਦੇ ਵੀ ਤੁਸੀਂ ਆਪਣੀਆਂ ਗੱਲਾਂ ਰੱਖੋ, ਫੈਸਲਾ ਤਾਂ ਲੋਕਾਂ ਨੇ ਕਰਨਾ ਹੈ। ਪੱਥਰਬਾਜ਼ੀ, ਤੋੜ ਫੋੜ ਦੇ ਮੈਂ ਤਾਂ ਹੱਕ 'ਚ ਨਹੀਂ ਮੁੱਢੋਂ, ਮੈਂ ਤਾਂ ਖਿਲਾਫ ਇਹਨਾਂ ਚੀਜ਼ਾਂ ਦੇ। ਦੇਸ਼ ਸਾਡਾ ਇੱਕ ਹੈ, ਦੇਸ਼ ਨੂੰ ਅਸੀਂ ਤਕੜਾ ਕਰਨਾ ਹੈ। ਵਿਚਾਰ ਸਾਡੇ ਵੱਖ-ਵੱਖ ਨੇ, ਰਹਿੰਦੇ ਨੇ। ਸੋ ਇਹ ਤੋੜ ਫੋੜ ਵਾਲੀਆਂ ਗੱਲਾਂ ਜਾਂ ਪੱਥਰਬਾਜ਼ੀ ਦੇ ਮੈਂ ਤਾਂ ਹੱਕ 'ਚ ਨਹੀਂ ਹੈਗਾ। ਪਰ ਸਰਕਾਰਾਂ ਪਹਿਲਾਂ ਵੀ ਇਹੀ ਕੁਛ ਰਹਿੰਦੀਆਂ। ਇਹ ਕਿਉਂ ਨਾਅਰੇ ਲੱਗਦੇ ਨੇ, ਇਹ ਵੱਖਵਾਦੀ ਨਾਅਰੇ ਜਾਂ ਹੋਰ ਕਿਉਂ ਲੱਗਦੇ ਨੇ? ਜਦੋਂ ਲੋਕਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਦੇ, ਜਦੋਂ ਲੋਕ ਬੇਵੱਸ ਹੋ ਜਾਂਦੇ ਨੇ, ਜਦੋਂ ਲੋਕ ਮਹਿਸੂਸ ਕਰਦੇ ਨੇ ਕਿ ਸਰਕਾਰ ਸਾਡੀ ਗੱਲ ਨਹੀਂ ਹੁੰਦੀ, ਫਿਰ ਉਹ ਚਿੜਕੇ ਦੂਜੇ ਨਾਅਰੇ ਲਾ ਜਾਂਦੇ ਨੇ। ਤੇ ਉਹਦਾ ਫਾਇਦਾ ਫਿਰ ਜਿਹੜਾ ਦੇਸ਼ ਵਿਰੋਧੀ ਅੰਸਰ ਹੁੰਦੇ ਆ ਉਹ ਉਠਾ ਲੈਂਦੇ ਨੇ ਉਸ ਗੱਲ ਦਾ ਫਾਇਦਾ, ਤੇ ਕਈ ਵਾਰੀ ਫਿਰ ਨੁਕਸਾਨ ਹੋ ਜਾਂਦੇ ਨੇ। ਕੈਪਟਨ ਸਰਕਾਰ ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਹੈ ਆਪਣੀ ਭੂਮਿਕਾ ਨੂੰ ਸਹੀ ਢੰਗ ਨਾਲ ਅਦਾ ਕਰ ਪਾਈਏ ਕੈਪਟਨ ਸਰਕਾਰ? ਦੇਖੋ, ਕੈਪਟਨ ਸਰਕਾਰ ਮੈਂ ਸਮਝਦਾ ਕਿ ਇਸ ਮਾਮਲੇ 'ਚ ਬਿਲਕੁਲ ਫੇਲ ਹੋਈ ਹੈ। ਉਹ ਤਾਂ ਐਂ ਲੱਗਦਾ ਵੀ ਜਿਵੇਂ ਉਹ ਕਿਤੇ ਕੋਈ ਗੱਲ ਇਹ ਹੈ ਹੀ ਨਹੀਂ, ਐਂ ਲੱਗਦਾ ਨਹੀਂ। ਸਰਕਾਰ ਦੀ ਗੱਲ ਤਾਂ ਛੋਟੀ ਜਿਹੀ ਡਰਾਮੇਬਾਜ਼ੀ ਕਰੀ ਜਾਂਦੇ ਆ। ਸਰਕਾਰ ਦਾ ਜਿਹੜਾ ਰੋਲ ਹੁੰਦਾ ਨਿਭਾਉਣ ਵਾਲਾ ਆਪਦੇ ਦੇਸ਼ ਦੇ, ਪੰਜਾਬ ਦੇ ਸੂਬੇ ਦੇ ਲੋਕਾਂ ਲਈ, ਉਹਦੇ ਵਾਸਤੇ ਸਰਕਾਰ ਬਿਲਕੁਲ ਰੋਲ ਨਹੀਂ ਨਿਭਾ ਰਹੀ। ਜੇ ਮੁੱਖ ਮੰਤਰੀ ਜੀ ਅਗਵਾਈ ਕਰਦੇ ਸੀ ਤਾਂ ਬਹੁਤ ਪਹਿਲਾਂ ਕਿਹਾ ਸੀ ਕਿ ਮੁੱਖ ਮੰਤਰੀ ਜੀ ਤੁਸੀਂ ਮੂਹਰੇ ਲੱਗੋ, ਅਗਵਾਈ ਕਰੋ, ਅਸੀਂ ਤੁਹਾਡੇ ਨਾਲ ਚੱਲਦੇ ਹਾਂ। ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਟਾਈਮ ਲਓ, ਮਿਲੋ, ਨਹੀਂ ਮਿਲ ਤਾਂ ਉੱਥੇ ਬੈਠੀਏ ਸਾਰੇ ਚੱਲ ਕੇ, ਤਾਂ ਕਿ ਪਹਿਲਾਂ ਹੀ ਫਿਰ ਦੇਸ਼ ਦੇ ਲੋਕਾਂ 'ਚ ਗੱਲ ਚਲੀ ਜਾਂਦੀ, ਸ਼ਾਇਦ ਅੱਜ ਵਾਲੀ ਸਥਿਤੀ ਫਿਰ ਨਾ ਪੈਦਾ ਹੁੰਦੀ। ਅੱਜ ਵੀ ਕਈ ਵੱਡੀ ਬੈਠਕਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ, ਪਹਿਲੇ ਵਿਧਾਇਕਾਂ ਨਾਲ ਕੀਤੀਆਂ, ਹੋਰ ਜਿਹੜੇ ਆਗੂ ਉਹਨਾਂ ਨਾਲ ਕੀਤੀ, ਕੋਰ ਕਮੇਟੀ ਦੀ ਵੀ ਬੈਠਕ ਹੋਈ। ਔਰ ਇਹ ਕਿਹਾ ਗਿਆ ਕਿ ਆਪਾਤਕਾਲੀਨ ਕੋਰ ਕਮੇਟੀ ਦੀ ਬੈਠਕ ਬੁਲਾਈ ਹੈ। ਕੀ ਰਣਨੀਤੀ ਬਣਾਈ ਗਈ ਇਸ ਕੋਰ? ਇਹ ਸੀ ਨਾ, ਜਦੋਂ ਸੀਗਾ ਕਿ ਅੱਜ ਪਤਾ ਸੀ ਸਾਨੂੰ ਕਿ ਸਥਿਤੀ ਇਹ ਪੈਦਾ ਹੋ ਜਾਣੀ ਹੈ। ਹਾਲਾਤ ਜੋ ਦੋਨੇ ਲਖੀਰਾਂ ਕੱਢੀ ਖੜੇ ਆ, ਕਈ ਦਿਨਾਂ ਦੀਆਂ ਮੀਟਿੰਗਾਂ ਤੋਂ, ਉਹਨਾਂ ਦੇ ਬਿਆਨਬਾਜ਼ੀਆਂ ਤੋਂ ਪਤਾ ਲੱਗ ਰਿਹਾ ਸੀ। ਫਿਰ ਸਾਡਾ ਸੀ ਕਿ ਵਰਕਰਾਂ ਦੀ ਰਾਏ ਲਈ ਜਾਵੇ ਕਿ ਅੱਗੇ ਦੀ ਜੇ ਸਥਿਤੀ ਜਿਹੜੀ ਪੈਦਾ ਹੁੰਦੀ ਹੈ ਫਿਰ ਆਪਾਂ ਕੀ ਫੈਸਲੇ ਲੈਣੇ ਆ। ਇੱਕ ਤਾਂ ਇਹ ਸੀ ਕਿ ਕਿਸਾਨੀ ਮਸਲੇ ਦੇ ਉੱਤੇ ਬੜਾ ਗੰਭੀਰ ਵਿਚਾਰਾਂ ਕੀਤੀਆਂ ਗਈਆਂ, ਹਲਕਾ ਇੰਚਾਰਜ ਤੇ ਇੱਕ ਜ਼ਿਲ੍ਹਾ ਜਥੇਦਾਰ ਤੇ ਸਾਰੇ ਸੱਦੇ ਗਏ ਸੀ। ਫਿਰ ਕੋਰ ਕਮੇਟੀ ਦੇ ਵਿੱਚ ਵੀ ਇਹੀ ਏਜੰਡਾ ਸੀਗਾ। ਨਾਲ ਸੀ ਕਿ 100 ਸਾਲਾ ਜਿਹੜਾ ਅਕਾਲੀ ਦਲ ਦਾ ਆਇਆ ਸਾਡੇ ਕੋਲੇ 12, 13, 14 ਤਰੀਕ ਨੂੰ 100 ਸਾਲ ਹੋ ਜਾਣਗੇ ਅਕਾਲੀ ਦਲ ਨੂੰ, ਉਹ ਵੀ ਅਸੀਂ ਮਨਾਉਣਾ ਸੀਗਾ। ਉਹਦੇ ਬਾਰੇ ਵੀ ਸਾਰੀਆਂ ਤਿਆਰੀਆਂ ਬਾਰੇ, ਮੀਟਿੰਗਾਂ ਕਰਨ ਬਾਰੇ, ਉਹਦੇ ਵੀ ਸਾਰੇ ਵਰਕਰਾਂ ਦੀ ਰਾਏ ਲੈ ਕੇ ਭਾਵੇਂ ਅਸੀਂ ਹੁਣ ਜਿਹੜੇ ਵੱਡੇ ਇਕੱਠ ਸੀ, ਪਹਿਲਾਂ ਅਨੰਦਪੁਰ ਸਾਹਿਬ ਵੱਡਾ ਫੰਕਸ਼ਨ ਕਰਨਾ ਸੀ, ਲੱਖਾਂ ਦਾ ਇਕੱਠ ਕਰਨਾ ਸੀ, ਉਹ ਫਿਰ ਅਸੀਂ ਹਾਲਾਤ ਨੂੰ ਵੇਖ ਕੇ ਮੁਲਤਵੀ ਕਰਤੇ। ਹੁਣ ਜਿਹੜੇ ਛੋਟਾ ਫੰਕਸ਼ਨ ਅਖੰਡ ਪਾਠ ਸਾਹਿਬ ਰਖਾ ਕੇ ਤੇ ਉੱਥੇ ਭੋਗ ਪਾ ਕੇ ਅਰਦਾਸ ਕਰਕੇ ਅਮਨ ਸ਼ਾਂਤੀ ਦੀ, ਸੁੱਖ ਸ਼ਾਂਤੀ ਦੀ,
ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਸਰਬੱਤ ਤੇ ਭਲੇ ਦੀ ਤੇ ਸਮਾਪਤੀ ਹੋ ਜਾਏਗੀ। ਤੇ ਕਿਸਾਨੀ ਅੰਦੋਲਨ ਦੀ ਜਿਹੜੀ ਅਗਲੀ ਰਣਨੀਤੀ ਹੈ, ਕਿਆ ਉਸ ਰਣਨੀਤੀ ਦੇ ਵਿੱਚ ਨਾਲ ਨਾਲ ਬਚ ਹੀ ਜਾ ਰਹੇ ਹਨ। ਜੋ ਹਾਲਾਤ ਪੈਦਾ ਹੋਣਗੇ ਉਸੇ ਦੇ ਮੁਤਾਬਕ ਫੈਸਲੇ ਲਵਾਂਗੇ ਅਸੀਂ। ਜਦੋਂ ਵੀ ਕੋਈ ਵੇਖੋ ਕਿਸਾਨ ਯੂਨੀਅਨਾਂ ਦਾ ਹਾਲੇ ਤੱਕ ਇਹ ਹੈ ਕਿ ਇਹਦੇ 'ਚ ਸਿਆਸੀ ਬੰਦੇ ਦਖਲ ਨਾ ਦੇਣ। ਸਪੋਰਟ ਹੈ, ਸਾਡੇ ਵਰਕਰ ਵੱਡੀ ਗਿਣਤੀ 'ਚ, ਜੇ ਕਹੀਏ 40% ਤੋਂ ਉੱਪਰ ਇਕੱਲੇ ਸਾਡਿਆਂ ਦੇ ਵਰਕਰ ਉੱਥੇ ਅਕਾਲੀ ਦਲ ਦੇ ਉੱਥੇ ਸ਼ਾਮਲ ਨੇ। ਸਾਥੋਂ ਸਾਰੇ ਗਏ ਆ, ਪੁੱਛ ਕੇ ਅਸੀਂ ਭੇਜ ਰਹੇ ਹਾਂ। ਪਰ ਜੇ ਕੋਈ ਸਥਿਤੀ ਇਹੋ ਜਿਹੀ ਪੈਦਾ ਹੋ ਗਈ, ਸਾਨੂੰ ਵੀ ਇੰਟਰ ਹੋਣਾ ਪਿਆ ਉਹਦੇ ਵਿੱਚ, ਜਾਂ ਸਾਨੂੰ ਕੁਝ ਵੀ ਕਰਨਾ ਪਿਆ, ਅਕਾਲੀ ਦਲ ਕਰੇਗਾ। ਬਿਲਕੁਲ ਅਕਾਲੀ ਦਲ ਕਰੇਗਾ, ਹਰ ਤਰ੍ਹਾਂ ਦਾ ਸੈਕਰੀਫਾਈਸ ਕਰਨ ਲਈ ਤਿਆਰ ਹੈ ਅਕਾਲੀ ਦਲ। ਲੇਕਿਨ ਫੈਡਰਲ ਸਟਰਕਚਰ ਨੂੰ ਲੈ ਕੇ ਕਈ ਵੱਡੇ ਸਵਾਲ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖੜੇ ਕਰ ਦਿੱਤੇ ਨੇ ਕਿ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਹੈ ਲਗਾਤਾਰ ਫੈਡਰਲ ਸਟਰਕਚਰ ਨੂੰ ਨੁਕਸਾਨ ਪਹੁੰਚਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਬਿਆਨ ਦਾ ਬੀਜੇਪੀ ਦੇ ਜਿਹੜੇ ਆਗੂ ਨੇ ਉਹ ਕਿਸ ਲਹਿਜੇ ਦੇ ਵਿੱਚ ਬਿਆਨ ਦਿੰਦੇ ਨੇ, ਆ ਵੇਖਣ ਵਾਲੀ ਗੱਲ ਰਹੇਗੀ। ਲੇਕਿਨ ਹਾਂ, ਇੰਨਾ ਜ਼ਰੂਰ ਹੈ ਕਿ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਲਗਾਤਾਰ ਤੇਜ਼ ਹੁੰਦਾ ਨਜ਼ਰ ਆ ਰਿਹਾ, ਔਰ ਇਸ ਅੰਦੋਲਨ ਦਾ ਦਬਾਅ ਵੀ ਕੇਂਦਰ ਦੀ ਮੋਦੀ ਸਰਕਾਰ ਤੇ ਪੈ ਰਿਹਾ। ਲੇਕਿਨ ਕਦੋਂ ਕਿਸਾਨਾਂ ਦੀ ਮੰਗਾਂ ਨੂੰ ਮੰਨਣ ਲਈ ਕੇਂਦਰ ਦੀ ਮੋਦੀ ਸਰਕਾਰ ਤਿਆਰ ਹੋ ਪਾਉਂਦੀ ਹੈ, ਇਹ ਹੁਣ ਵੇਖਣ ਵਾਲੀ ਗੱਲ ਰਹੂਗੀ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਵਿਨੀਤ ਕਪੂਰ, ANB ਨਿਊਜ਼, ਚੰਡੀਗੜ੍ਹ।